ਧਨਾਸਰੀ ਮਹਿਲਾ ਪੰਜਵਾ। ਲਵੈ ਨਾ ਲਾਗਨ ਕੋ ਹੈ ਕਛੂਐ, ਜਾਂ ਕੋ ਚਿਤ ਵਿੱਚ ਧਾਵੈ। ਜਾਂ ਕੋ ਗੁਰ ਦੀਨੋ ਏ ਅੰਮ੍ਰਿਤ, ਤਿਸ ਹੀ ਕੋ ਬਨ ਆਵੈ। ਜਾਂ ਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਦਿਆ। ਤਾਂ ਕੈ ਚਿਤ ਨਾ ਬਸਾ ਰਹਾਉ, ਮੌਲਿਓ ਤਨ ਮਨ ਹੋਇਓ ਹਰਿਆ। ਏਕ ਬੂੰਦ ਜਿਨ ਪਾਈ, ਵਰਨ ਨਾ ਸਕੂੰ ਉਸਤਤ ਤਾਂ ਕੀ। ਕੀਮਤ ਕਹਿਣ ਨਾ ਜਾਈ, ਕਾਲ ਨਾ ਮਿਲਿਓ ਸੀਬ ਨਾ ਮਿਲਿਓ। ਮਿਲਿਓ ਆਏ ਅਚਿੰਤਾ, ਜਾਂ ਕੋ ਦਇਆ ਕਰੀ ਮੇਰੇ ਠਾਕੁਰ। ਤਿਨ ਗੁਰੈ ਕਮਾਨੋ ਮੰਤਾ, ਦੀਨ ਦਇਆਲ ਸਦਾ ਕਿਰਪਾਲ। ਸਰਬ ਜੀਆਂ ਪ੍ਰਤਪਾਲਾ, ਓਤ ਪੋਤ ਨਾਨਕ ਸੰਗ ਰਵਿਆ। ਜਿਉ ਮਾਤਾ ਬਾਲ ਗੋਪਾਲਾ, ਦੀਨ ਦਇਆਲ ਸਦਾ ਕਿਰਪਾਲ। ਸਰਬ ਜੀਆਂ ਪ੍ਰਤਪਾਲਾ, ਓਤ ਪੋਤ ਨਾਨਕ ਸੰਗ ਰਵਿਆ। ਜਿਉ ਮਾਤਾ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਦੋ ਤਰ੍ਹਾਂ ਨਾਲ ਜੀਵ ਮਨੁੱਖ ਆਪਣਾ ਜੀਵਨ ਗੁਜ਼ਾਰਦੇ ਨੇ। ਇੱਕ ਜੀਵਨ ਦਾ ਤੌਰ ਤਰੀਕਾ ਹੈ ਸਰੀਰਕ ਪੱਧਰ ਤੇ ਜਿਉਣਾ। ਦੂਜਾ ਜੀਵਨ ਜਿਉਣ ਦਾ ਤਰੀਕਾ ਹੈ ਮਾਨਸਿਕ ਪੱਧਰ ਤੇ ਜਿਉਣਾ। ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਦੋਵੇਂ ਪੱਧਰ ਬਖਸ਼ਿਸ਼ ਕੀਤੇ ਨੇ। ਅਸੀਂ ਮਾਨਸਿਕ ਪੱਧਰ ਤੇ ਵੀ ਜਿਉਂਦੇ ਹਾਂ, ਸਰੀਰਕ ਪੱਧਰ ਤੇ ਵੀ ਜਿਉਂਦੇ ਹਾਂ। ਕੇਵਲ ਸਰੀਰਕ ਪੱਧਰ ਤੇ ਜਿਉਣ ਵਾਲਾ ਉਹ ਜ਼ਿੰਦਗੀ ਨੂੰ 4 ਦਿਨਾਂ ਦੀ ਮੌਜ ਮਸਤੀ ਮੰਨ ਕੇ ਦੁਨੀਆ ਦੇ ਪਦਾਰਥਾਂ ਦਾ ਰਸ ਪਦਾਰਥ ਭੋਗ ਕੇ ਵਿਕਾਰਾਂ ਦੀ ਦੁਨੀਆ 'ਚ ਖੱਚਤ ਹੋ ਕੇ ਚਲਾ ਜਾਂਦਾ ਹੈ। ਪਰ ਜਿਹੜੇ ਲੋਕ ਮਾਨਸਿਕ ਪੱਧਰ ਤੇ ਜੀਵਨ ਗੁਜ਼ਾਰਦੇ ਨੇ, ਉਹ ਵੀ ਮਨ ਨੂੰ ਕਾਬੂ ਕਰਨ ਵਾਸਤੇ ਜੰਗਲਾਂ ਵਿੱਚ ਚਲੇ ਗਏ, ਇਕਾਂਤਵਾਸ ਹੋ ਗਏ, ਬੜੇ ਤਰੱਦਦ ਕੀਤੇ ਆਪਣੇ ਮਨ ਨੂੰ ਕਾਬੂ ਵਿੱਚ ਕਰਨ ਵਾਸਤੇ। ਗੁਰਮਤਿ ਨੇ ਨਿਵੇਕਲਾ ਪੱਖ ਦਿੱਤਾ ਹੈ। ਅਸੀਂ ਸਰੀਰਕ ਪੱਧਰ ਤੇ ਵੀ ਜਿਉਂਦੇ ਹਾਂ, ਘਰ ਨੇ, ਪਰਿਵਾਰ ਨੇ, ਬੱਚੇ ਨੇ, ਕਾਰੋਬਾਰ ਨੇ, ਇਹ ਸਰੀਰਕ ਪੱਧਰ ਹੈ। ਪਰ ਮਾਨਸਿਕ ਪੱਧਰ ਤੇ ਵੀ ਜਿਉਂਦੇ ਹਾਂ, ਸਭ ਕੁਝ ਕਰਦਿਆਂ ਹੋਇਆਂ ਵੀ ਇਹ ਚੇਤਾ ਰੱਖਦੇ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਇਹ ਮਾਨਸਿਕ ਪੱਧਰ ਹੈ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਇਹ ਮਾਨਸਿਕ ਪੱਧਰ ਹੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੀਰਾ ਤੇਰੇ ਜੀ ਪੈ ਲੀਜੈ। ਇਹ ਮਾਨਸਿਕ ਪੱਧਰ ਹੈ। ਕਰਦੇ ਕਾਰੋ ਵਿਹਾਰ ਹੈ। ਮੰਦਾ ਮੂਲ ਨਾ ਕੀਜਈ, ਦੇ ਲੰਮੀ ਨਦਰ ਨਿਹਾਲੀ ਹੈ। ਜਿਉ ਸਾਹਿਬ ਨਾਲ ਨਾ ਹਾਰੀ ਹੈ, ਇਹ ਵੇਖਾ ਪਾਸਾ ਟਾਲੀ ਹੈ। ਇਹ ਮਾਨਸਿਕ ਪੱਧਰ ਹੈ। ਅੱਜ ਗੁਰੂ ਜੀ ਨੇ ਜੀਵਨ ਜਾਚ ਬਖਸ਼ਦਿਆਂ ਬੜੀਆਂ ਗਜਬ ਦੀਆਂ ਬਾਤਾਂ ਸਮਝਾਈਆਂ ਨੇ। ਸਭ ਕਹਿੰਦੇ ਇਹ ਨਹੀਂ ਵੀ ਰਸ ਲੈਣਾ ਮਾੜਾ ਹੈ, ਲੈਣਾ ਚਾਹੀਦਾ ਹੈ। ਰਸ ਹੋਵੇ, ਨਿਰਾਸੀ ਜ਼ਿੰਦਗੀ ਵੀ ਕਾਹਦੀ ਹੋਈ। ਪਰ ਪੁੱਤ ਤੈਨੂੰ ਰਸ ਦੀ ਪਹਿਚਾਣ ਨਹੀਂ।
3 ਗੱਲਾਂ ਬੜੀਆਂ ਅਹਿਮ ਨੇ ਜ਼ਿੰਦਗੀ ਦੀਆਂ। ਨੰਬਰ 1, ਤੈਨੂੰ ਰਸ ਦੀ ਪਹਿਚਾਣ ਨਹੀਂ। ਥੋੜ੍ਹੇ ਸਮੇਂ ਦੇ ਰਸਾਂ ਕਸਾਂ ਨੂੰ ਤੂੰ ਜ਼ਿੰਦਗੀ ਦਾ ਆਧਾਰ ਬਣਾ ਲੈਣਾ, ਪਹਿਲੀ ਗੱਲ। ਦੂਜੀ ਗੱਲ, ਤੈਨੂੰ ਇਹ ਵੀ ਨਹੀਂ ਪਤਾ ਵੀ ਇਹ ਨਾਮ ਰਸ ਮਿਲਣਾ ਕਿੱਥੋਂ ਹੈ, ਇਸ ਗੱਲ ਦਾ ਵੀ ਅਹਿਸਾਸ ਨਹੀਂ ਹੈ। ਤੀਜੀ ਗੱਲ ਇਹ ਹੈ ਵੀ ਇਸ ਨਾਮ ਰਸ ਵਿੱਚ ਤੇ ਦੂਜੇ 'ਚ ਅੰਤਰ ਕੀ ਹੈ, ਇਹਦੇ ਪੀਣ ਨਾਲ ਕੀ ਹੋਏਗਾ। ਜ਼ਿਕਰ ਕਰਾਂ ਸਮੇਂ ਦੀ ਸੀਮਾ 'ਚ ਰਹਿ ਕੇ। ਪਹਿਲੀ ਗੱਲ, ਸਾਨੂੰ ਇਹਨਾਂ ਰਸਾਂ ਕਸਾਂ ਦਾ ਬੋਧ ਨਹੀਂ ਹੈ, ਪਤਾ ਨਹੀਂ ਹੈ। ਜਦੋਂ ਗੁਰੂ ਕੋਲ ਆਵਾਂਗੇ, ਗੁਰੂ ਸਾਨੂੰ ਪਹਿਚਾਣ ਕਰਵਾਉਂਦੇ ਨੇ। ਕਹਿੰਦੇ ਆਪਣੇ ਮਨ ਨੂੰ ਇਕਾਂਤ ਵਿੱਚ ਬੈਠ ਕੇ ਪੁੱਛ ਕੇ ਦੇਖ, ਆਨ ਰਸਾਂ ਜੇਤੇ ਤੈਂ ਚਾਖੇ। ਕਿੰਨੇ ਰਸ ਚੱਖੇ ਨੇ ਤੂੰ, ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਉਹ ਰਸ ਕਸਾਂ ਦਾ ਸ਼ੌਕੀਨ ਹੈ। ਜਿਹੜੇ ਕੱਪੜੇ ਨੂੰ ਪਹਿਨਣ ਵਿੱਚ ਰਸ ਨਾ ਆਵੇ ਉਹ ਪਹਿਨਦਾ ਨਹੀਂ। ਜਿਸ ਮਨੁੱਖ ਨਾਲ ਗੱਲ ਕਰਿਆ ਰਸ ਨਾ ਆਵੇ ਉਹਦੀ ਗੱਲ ਨਹੀਂ ਸੁਣਦਾ ਜਾਂ ਕਰਦਾ ਨਹੀਂ। ਜਿਸ ਖਾਣੇ ਨੂੰ ਖਾਇਆ ਰਸ ਨਾ ਆਵੇ, ਕੋਈ ਪੱਖ ਲੈ ਲਓ, ਕੋਈ ਕਵਿਤਾ ਅਧੂਰੀ ਹੋਵੇ ਰਸ ਨਾ ਆਵੇ ਤੇ ਨਹੀਂ, ਕੋਈ ਕਿਤਾਬ ਪੜ੍ਹਦਿਆਂ ਰਸ ਨਾ ਆਵੇ ਤੇ ਨਹੀਂ ਪੜ੍ਹੇਗਾ। ਹਰ ਗੱਲ ਕਿਸੇ ਰਸ ਵਿੱਚ ਕਰਨੀ ਚਾਹੁੰਦਾ ਹੈ। ਸਭ ਕਹਿੰਦੇ ਮਾੜਾ ਨਹੀਂ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਆਨ ਰਸਾਂ ਜੇਤੇ ਤੈਂ ਚਾਖੇ। ਹੁਣ ਤੱਕ ਤੂੰ ਜਿੰਨੇ ਵੀ ਰਸ ਚੱਖੇ ਨੇ, ਮੈਨੂੰ ਇਹ ਗੱਲ ਦੱਸ ਵੀ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਸ਼ਾਂਤ ਤੇ ਹੋਇਆ ਕੋਈ ਨਹੀਂ। ਮੈਂ ਹੁਣ ਇੱਕ ਤੈਨੂੰ ਸਲਾਹ ਦਿਆਂ। ਸਾਹਿਬ ਆਖਦੇ ਨੇ, ਹਰ ਰਸ ਕਾ ਤੂੰ ਚਾਖੇ ਸਾਧ। ਜੇ ਕਿਤੇ ਤੂੰ ਨਾਮ ਰਸ ਦਾ ਸਵਾਦ ਚੱਖ ਲਵੇਂ, ਰੱਬੀ ਗੁਣ ਆਪਣੇ ਅੰਦਰ ਧਾਰਨ ਕਰ ਲਵੇਂ, ਚਾਖਤ ਹੋਏ ਰਹੇ ਬਿਸਮਾਦ। ਹੈਰਾਨ ਹੋ ਜਾਏਗਾ ਵੀ ਇਤਨਾ ਸਵਾਦਿਸ਼ਟ ਹੈ, ਰੱਬ ਦੇ ਨਾਮ ਦਾ ਸਵਾਦ ਇਤਨਾ ਸਵਾਦਿਸ਼ਟ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਕਿੰਨੇ ਰਸ ਕਸ ਚੱਖਦਾ ਮਨਾ, ਪਰ ਜੇ ਕਿਤੇ ਗੁਰੂ ਕੋਲ ਆਵੇਂ, ਗੁਰੂ ਤੈਨੂੰ ਇੱਕ ਦਾਤ ਦੇਵੇਗਾ। ਗੁਰੂ ਇੱਕ ਦਾਤ ਦੇਵੇਗਾ। ਉਹ ਕਿਹੜੀ? ਰਾਰਾ ਰਸ ਨਿਰਸ ਕਰ ਜਾਨਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛੋਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਸਵਾਲ ਖੜਾ ਹੈ। ਗੁਰੂ ਕਹਿ ਰਿਹਾ ਪਾਣੀ ਅੰਮ੍ਰਿਤ ਹੈ, ਗੁਰੂ ਕਹਿ ਰਿਹਾ ਨਾਮ ਅੰਮ੍ਰਿਤ ਹੈ, ਗੁਰੂ ਕਹਿ ਰਿਹਾ ਇਹ ਬੜਾ ਸਵਾਦਿਸ਼ਟ ਹੈ। ਅਸੀਂ ਬਾਣੀ ਪੜ੍ਹਨੇ ਸਾਨੂੰ ਨੀਂਦਰ ਆ ਜਾਂਦੀ ਹੈ, ਅਸੀਂ ਬਾਣੀ ਪੜ੍ਹਨੇ ਸਾਡਾ ਮਨ ਕਾਹਲਾ ਪੈ ਜਾਂਦਾ ਹੈ, ਅਸੀਂ ਬਾਣੀ ਪੜ੍ਹਨੇ ਪੰਨੇ ਫੁੱਲ ਕੇ ਵੇਖ ਲੈਂਦੇ ਕਿੱਥੇ ਕੁ ਜੇ ਨਿਤਨੇਮ ਸਮਾਪਤ ਹੋਣਾ ਹੈ, ਭਰੋਸਾ ਜਿਹਾ ਹੋ ਜਾਏ ਵੀ ਹੁਣ ਥੋੜ੍ਹੇ ਜਿਹੇ ਪੰਨੇ ਰਹਿ ਗਏ ਨੇ। ਸਾਹਿਬ ਕਹਿੰਦੇ ਪੁੱਤ ਅਸਲ ਕਹਾਣੀ ਹੋ ਰਿਹਾ। ਜਿਵੇਂ ਰੋਗੀ ਦੇ ਕੋਲ ਬਹੁਤ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਹੈ, ਔਰ ਹੁੰਦਾ ਵੀ ਸਾਰਾ ਹੈਲਦੀ ਹੈ, ਪਰ ਰੋਗੀ ਖਾ ਕੇ ਰਾਜੀ ਨਹੀਂ। ਤੁਸੀਂ ਦੇਖਿਆ ਸਾਡੀ ਆਮ ਦੀ ਜ਼ਿੰਦਗੀ ਹੈ, ਰੋਗੀ ਨੂੰ ਪ੍ਰੈਸ਼ਰ ਨਾਲ ਖਵਾਉਂਦੇ ਆ, ਨਹੀਂ ਥੋੜ੍ਹਾ ਜਿਹਾ ਖਾਵੋ ਜ਼ਰੂਰ, ਪਰ ਉਹ ਖਾਂਦਾ ਨਹੀਂ। ਉਹਨੂੰ ਪੁੱਛੀਏ ਭਲਿਆ ਤੈਨੂੰ ਤਾਂ ਐਸ਼ ਹੈ, ਵਿਹਲਾ ਬੈਠਾ ਹੈ, ਖਾਣ ਪੀਣ ਤੇ ਹੀ ਹੈ, ਖਾ ਪੀ ਸਾਰੇ, ਜਿਹੜਾ ਵੀ ਲੈ ਆਉਂਦਾ ਉਹ ਖਾਣ ਵਾਸਤੇ ਲੈ ਕੇ ਆਉਂਦਾ ਤੇਰੇ ਵਾਸਤੇ। ਉਹ ਕਹਿੰਦਾ ਜਦੋਂ ਰੋਗ ਹੋਵੇ ਨਾ ਉਦੋਂ ਖਾਣਾ ਚੰਗਾ ਨਹੀਂ ਲੱਗਦਾ। ਸੱਚ ਕਰਕੇ ਜਾਣਿਓ, ਜਿਹਦਾ ਤਨ ਰੋਗੀ ਹੈ ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਜਿਹਦਾ ਮਨ ਰੋਗੀ ਹੈ ਉਹਨੂੰ ਭਜਨ ਚੰਗਾ ਨਹੀਂ ਲੱਗਦਾ, ਉਹਨੂੰ ਰੱਬ ਦੀ ਇਬਾਦਤ ਚੰਗੀ ਨਹੀਂ ਲੱਗਦੀ, ਗੁਰਬਾਣੀ ਦਾ ਰਸ ਨਹੀਂ ਉਹਨੂੰ ਆ ਸਕਦਾ। ਸਤਿਗੁਰੂ ਫਿਰ ਕੀ ਕਰੀਏ? ਸਾਹਿਬ ਕਹਿੰਦੇ ਗੁਰੂ ਕੋਲਾ ਗੁਰੂ ਮੇਰਾ ਵੈਦ ਗੁਰੂ ਕੋ ਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ।
ਕੱਟ ਹੈ ਜਮ ਕੀ ਫੰਦਾ। ਗੁਰੂ ਇਲਾਜ ਕਰਦਾ ਸਾਡਾ। ਸਾਡਾ ਜਿਹੜਾ ਟੇਸਟ ਨਹੀਂ ਨਾ ਬਣਦਾ ਗੁਰਬਾਣੀ ਦਾ, ਗੁਰੂ ਟੇਸਟ ਬਣਾਉਂਦਾ, ਫਿਰ ਦੱਸਦਾ ਹੈ, ਸਮਝਾਉਂਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਗੁਰੂ ਨੇ ਕਿਰਪਾ ਕਰ ਦਿੱਤੀ, ਤੈਨੂੰ ਮਿੱਠਾ ਪਤਾ ਕਿਉਂ ਨਹੀਂ ਲੱਗਦਾ? ਉਹਦਾ ਕਾਰਨ ਹੈ, ਸਾਕਤ ਕੀ ਬਿਦ ਨੈਨੋ ਡੀਠੀ, ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਮੈਂ ਸਾਕਤ ਦੀ ਅੱਖੀਂ ਦੇਖੀ ਹੋਈ ਗੱਲ ਹੈ। ਜਦੋਂ ਗੁਰੂ ਸਾਡੀ ਸਾਕਤ ਬਿਰਤੀ ਨੂੰ ਬਦਲਾ ਕੇ ਗੁਰਮੁਖੀ ਬਿਰਤੀ ਬਣਾ ਦਿੰਦਾ, ਉਹੀ ਨਾਮ ਹੈ ਮਿੱਠਾ ਲੱਗਣ ਲੱਗ ਪੈਂਦਾ। ਪਹਿਲੀ ਗੱਲ ਮਨਾ, ਤੈਨੂੰ ਰਸ ਕਸ ਦੀ ਪਰਖ ਨਹੀਂ ਹੈ, ਪਹਿਚਾਣ ਨਹੀਂ ਹੈ। ਦੂਜੀ ਗੱਲ, ਇਹ ਮਿਲਣਾ ਕਿੱਥੋਂ ਹੈ? ਤੂੰ ਭੁੱਲਿਆ ਹੋਇਆ, ਕਦੇ ਕਿਧਰੇ ਭਟਕਦਾ ਫਿਰਦਾ, ਕਦੇ ਕਿਧਰੇ ਭਟਕਦਾ ਫਿਰਦਾ। ਇੱਕ ਸ਼ਬਦ ਅੱਜ ਬਹੁਤ ਖਿਆਲ ਵਿੱਚ ਰੱਖਿਓ, ਬਹੁਤ ਪਿਆਰਾ ਸ਼ਬਦ ਹੈ, ਤੁਸੀਂ ਬਹੁਤ ਵਾਰੀ ਪੜ੍ਹਦੇ ਹੋ। ਥਾਲ ਵਿੱਚ ਤਿੰਨ ਵਸਤੂ ਪਈਓ। ਕਿੱਥੇ ਪਈਆਂ ਨੇ? ਥਾਲ ਵਿੱਚ। ਕੋਈ ਦੋਰਾਵਾਂ ਨਹੀਂ। ਮੈਨੂੰ ਨਹੀਂ ਲੱਗਦਾ ਵੀ ਇਹ ਸ਼ਬਦ ਦੇ ਕਿਸੇ ਨੂੰ ਅਰਥ ਨਾ ਆਉਂਦੇ ਹੋਣ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਾਂ, ਕਿੱਡੀ ਸਿਆਣੀ ਮਾਂ ਹੈ ਗੁਰੂ, ਉਹਨੇ ਸਾਨੂੰ ਭੋਜਨ ਦੇਣ ਵਾਸਤੇ ਥਾਲ ਵਿੱਚ ਤਿੰਨ ਵਸਤੂਆਂ ਰੱਖ ਦਿੱਤੀਆਂ। ਭਲਾ ਇਹ ਥਾਲ ਨੂੰ ਕੋਈ ਖੋਜਦਾ ਹੈ? ਆਪਾਂ ਕਿੱਥੇ ਫਿਰ ਰਹੇ ਹਾਂ? ਵਸਤੂਆਂ ਕਿੱਥੇ ਪਈਆਂ ਨੇ? ਆਪਾਂ ਕਿੱਥੇ ਫਿਰ ਰਹੇ ਹਾਂ? ਇੱਥੇ ਪਈਆਂ ਨੇ ਵਸਤੂਆਂ, ਮਿਲਣੀਆਂ ਕਿਵੇਂ ਨੇ? ਗੁਰੂ ਕੋਲ। ਪਹਿਲੀ ਅਰਜ਼ ਕਰ ਰਿਹਾ ਸਾਂ, ਸਾਨੂੰ ਰਸ ਕਸ ਦਾ ਨਹੀਂ ਪਤਾ। ਦੂਜੀ ਗੱਲ ਹੈ, ਵਸਤੂਆਂ ਪਈਆਂ ਕਿੱਥੇ ਨੇ? ਉੱਥੋਂ ਮਿਲ ਜਾਣਾ। ਇਹ ਰਸ ਇੱਥੋਂ ਮਿਲਣਾ। ਹਰ ਰਸ ਸਾਧੂ ਹਾਟ ਵਿਕਾਈ। ਹਰ ਰਸ ਗੁਰੂ ਦੇ ਦਰ ਤੋਂ ਮਿਲਦਾ ਹੈ। ਛੋਟੀ ਜਿਹੀ ਅਰਜ਼ ਕਰਨ ਲੱਗਾ। ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਲਵੇ ਦੀ ਧਰਤੀ 'ਚ ਵਿਚਰੇ, ਇਹ ਤੇ ਮੇਰਾ ਖਿਆਲ ਹੈ ਵੀ ਆਪਾਂ ਹੁਣ ਕਿੰਨੀ ਵਾਰੀ ਵਿਚਾਰ ਚੁੱਕੇ ਹੋਏ ਵੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਵਿੱਚ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਸਿਲਸਿਲਾ ਨਹੀਂ ਸੀ ਹੁਣ ਵੀ ਕੋਈ ਪੂਰੀ ਤਿਆਰੀ ਨਾਲ ਜਾਂਦੇ ਹੁਣ ਜਿੱਥੇ ਜਾਣਾ। ਜਿੱਥੇ ਜਾਂਦੇ ਸੀ ਲੰਗਰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਉੱਥੋਂ ਹੀ ਸਿੱਖ ਸੰਗਤਾਂ ਜਿਵੇਂ ਕਿਵੇਂ ਹੁੰਦਾ ਸੀ ਉਹ ਕਰ ਲੈਂਦੇ ਸੀ। ਇਵੇਂ ਗੁਰੂ ਜੀ ਵਿਚਰ ਰਹੇ ਨੇ ਤੇ ਉਹਨਾਂ ਦੇ ਕੋਲ ਕੋਈ ਹੁਣ ਇਸ ਵੇਲੇ ਨਾ ਵੱਡੇ ਭਾਂਡੇ, ਨਾ ਏਡੀ ਜਲਦੀ ਰਸਟ ਪਾਣੀ। ਫਿਰ ਵਿਚਾਰ ਬਣੀ ਵੀ ਇੱਕ ਇੱਕ ਦੋ ਦੋ ਚਾਰ ਚਾਰ ਸਿੰਘਾਂ ਨੂੰ ਆਪਣੇ ਘਰ ਲੈ ਜਾਓ। ਇਹ ਘਰ 'ਚ 8-10 ਬੰਦਿਆਂ ਦਾ ਪ੍ਰਸ਼ਾਦਾ ਤਾਂ ਸੌਖਾ ਬਣ ਹੀ ਜਾਂਦਾ ਨਾ। ਕੋਈ 5 ਨੂੰ ਲੈ ਗਿਆ, ਕੋਈ 7 ਨੂੰ ਲੈ ਗਿਆ, ਕੋਈ 4 ਨੂੰ ਲੈ ਗਿਆ, ਕੋਈ 20 ਨੂੰ ਲੈ ਗਿਆ, ਕੋਈ 10 ਨੂੰ ਲੈ ਗਿਆ। ਇੱਕ ਸਿੱਖ ਸਾਦਾ ਜਿਹਾ ਕਹਿੰਦਾ, ਸਤਿਗੁਰੂ ਇੱਕ ਸਿੱਖ ਮੇਰੇ ਨਾਲ ਵੀ ਭੇਜ ਦਿਓ, ਇੱਕ ਸਿੱਖ ਭੇਜ ਦਿਓ। ਉਹ ਹੁਣ ਇੱਕ ਸਿੱਖ ਨੂੰ ਲੈ ਕੇ ਗਿਆ। ਇਹ ਬੜੀ ਹੈਰਾਨੀ ਹੋਈ ਵੀ ਇਹ ਇਕੱਲੇ ਇੱਕ ਨੂੰ ਲੈ ਕੇ ਚੱਲੇ। ਚਲੋ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ, ਵਾਪਸ ਪਰਤੇ। ਵਾਪਸ ਪਰਤ ਕੇ ਸਾਰੇ ਦੱਸਦੇ ਨੇ ਵੀ ਕੀ ਛਕਿਆ। ਸੁਭਾਵਿਕ ਗੱਲਾਂ ਨੇ ਜੋ ਸਾਰੇ ਦੱਸਦੇ ਨੇ, ਕੋਈ ਕੁਝ ਦੱਸਦਾ, ਕੋਈ ਕੁਝ ਦੱਸਦਾ। ਹੁਣ ਜਿਹੜਾ ਸਿੱਖ ਲੈ ਕੇ ਗਿਆ ਸੀ ਨਾ, ਉਹ ਬੜਾ ਸ਼ਰਮਿੰਦਾ ਜਿਹਾ ਕਹਿਣ ਲੱਗਿਆ, ਜਿਹੜਾ ਸਿੱਖ ਮੇਰੇ ਨਾਲ ਗਿਆ ਸੀ ਉਹ ਕੀ ਦੱਸੇਗਾ? ਮੇਰੇ ਕੋਲ ਤਾਂ ਸੱਤੂ ਸਨ। ਸੱਤੂ ਅੱਜ ਦੀ ਭਾਸ਼ਾ 'ਚ ਗੁਆਚ ਗਿਆ ਸ਼ਬਦ ਹੈ। ਕੁਝ ਇੱਕ ਤਰ੍ਹਾਂ ਦਾ ਦਾਣੇ ਲੈ ਕੇ, ਜੌਂ ਲੈ ਕੇ, ਉਹਨਾਂ ਨੂੰ ਭੁੰਨ ਕੇ ਉਹਨਾਂ ਦਾ ਮੋਟਾ ਜਿਹਾ ਆਟਾ ਬਣਾ ਲਿਆ ਜਾਂਦਾ ਸੀ
ਤੇ ਵਿੱਚ ਮਿੱਠਾ ਪਾ ਕੇ ਉਹਨੂੰ ਘੋਲ ਕੇ ਪੀ ਲਿਆ ਜਾਂਦਾ ਸੀ, ਜਾਂ ਕਸਾਰ ਜਿਹਾ ਬਣਾ ਕੇ ਵੀ ਖਾ ਲਿਆ ਜਾਂਦਾ ਸੀ। ਠੰਡੇ ਹੁੰਦੇ ਨੇ। ਉਹਨੇ ਸੋਚਿਆ ਸਾਡੇ ਘਰ ਤਾਂ ਸੱਤੂ ਸੀ, ਨਾ ਕੋਈ ਦਾਲ ਨਾ ਕੋਈ ਸਬਜ਼ੀ, ਉਹੀ ਘੋਲ ਕੇ ਪਿਲਾ ਦਿੱਤੇ ਮੈਂ ਤੇ ਇਹ ਹੁਣ ਮੇਰੇ ਬਾਰੇ ਕੀ ਦੱਸੇਗਾ। ਉਹਦਾ ਨਾਂ ਸੀ ਮਿਲਾਗਰ ਸਿੰਘ। ਕਹਿਣ ਲੱਗੇ ਮਿਲਾਗਰ ਸਿੰਘ ਬਈ ਤੂੰ ਦੱਸ ਬਈ ਕੀ ਛੱਕ ਕੇ ਆਏ ਹੈ। ਉਹ ਖਲੋਤਾ ਚੁੱਪ ਕਰਕੇ। ਸਭ ਕਹਿੰਦੇ ਬੋਲਦਾ ਨਹੀਂ। ਕਹਿੰਦੇ ਸਤਿਗੁਰੂ ਕਿਵੇਂ ਦੱਸਾਂ, ਮੈਂ ਤਾਂ ਸੋਚਿਆ ਸੀ ਤੇਰੇ ਘਰ ਦਾ ਹੀ ਲੰਗਰ ਸਵਾਦ ਹੁੰਦਾ ਹੈ, ਪਰ ਮੈਨੂੰ ਅੱਜ ਪਤਾ ਲੱਗਿਆ ਜਿਸ ਸਿੱਖ ਤੇ ਤੂੰ ਰਹਿਮਤ ਕਰਦੀ ਉਹਦੇ ਘਰ ਦਾ ਲੰਗਰ ਵੀ ਬੜਾ ਸਵਾਦ ਹੁੰਦਾ ਹੈ। ਮੈਂ ਤਾਂ ਨਹੀਂ ਬੋਲ ਸਕਦਾ ਸਤਿਗੁਰੂ, ਮੈਂ ਫੈਸਲਾ ਹੀ ਨਹੀਂ ਕਰ ਪਾ ਰਿਹਾ ਵੀ ਕਿਹੜੇ ਰਸ ਦਾ ਮੈਂ ਨਾਂ ਲਵਾਂ। ਕਿੰਨਾ ਕੁਝ ਮੈਂ ਛਕਿਆ ਉੱਥੇ, ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਰਸ ਦਾ ਮੈਂ ਨਾਂ ਲਵਾਂ। ਉਹ ਸਿੱਖ ਸਾਹਮਣੇ ਖਲੋਤਾ, ਉਹਦੀ ਅੱਖਾਂ 'ਚ ਪਾਣੀ ਆ ਗਿਆ। ਉਹ ਕਹਿਣ ਲੱਗੇ ਤੇਰਾ ਗੁਰੂ ਹੀ ਗਰੀਬ ਨਵਾਜ਼ ਨਹੀਂ, ਸਿੱਖਾ ਤੂੰ ਵੀ ਗਰੀਬ ਨਵਾਜ਼ ਹੈ। ਇਤਨਾ ਪਰਦਾ ਕੱਜ ਲਿਆ ਮੇਰਾ। ਉਹ ਕਹਿੰਦਾ ਨਹੀਂ, ਸੱਚ ਹੈ, ਸੱਚ ਹੈ। ਤੇਰੇ ਘਰ ਦੇ ਸਤੂਆਂ 'ਚ ਵੀ ਇੰਨਾ ਆਨੰਦ ਆਇਆ, ਮੇਰੇ ਕੋਲ ਬਿਆਨਣ ਦੀ ਹਿੰਮਤ ਨਹੀਂ। ਸੱਚ ਕਰਕੇ ਜਾਣਿਓ, ਮੈਂ ਅਰਜ਼ ਕਰਾਂ, ਕਦੇ ਸੋਚ ਕੇ ਦੇਖਿਓ ਜੇ ਤੁਸੀਂ ਅੱਧਾ ਘੰਟਾ ਕਿਸੇ ਦੀ ਕਥਾ ਸੁਣ ਲਓ, ਕੀਰਤਨ ਸੁਣ ਲਓ, ਪਾਠ ਸੁਣ ਲਓ, ਤੇ ਅੱਧਾ ਘੰਟਾ ਕਿਸੇ ਕੋਲ ਬੈਠ ਕੇ ਨਿੰਦਾ ਕਰ ਲਿਓ, ਬਾਅਦ ਵਿੱਚ ਆਪਣੇ ਮਨ ਨੂੰ ਪੁੱਛਿਓ ਵੀ ਤੂੰ ਕਿੱਥੇ ਸੌਖਾ ਸਮਝਦਾ ਸੀ। ਆਪਣੇ ਆਪ ਨੂੰ ਆਪਾਂ ਆਪੇ ਹੀ ਸਵਾਰਨਾ ਹੈ, ਕਿਹੜਾ ਕਿਸੇ ਨੇ ਸਵਾਰਨਾ। ਤੁਹਾਡਾ ਦਿਲ ਹਾਮੀ ਭਰੇਗਾ ਵੀ ਜਿਹੜਾ ਗੁਰੂ ਕੋਲ ਬੈਠਾ ਸੀ, ਭਾਵੇਂ ਕੁਝ ਸਮਝ ਆਈ ਨਹੀਂ ਆਈ, ਪਰ ਵਧੀਆ ਸੀ ਉੱਥੇ। ਇੱਥੇ ਬੈਠ ਕੇ ਛੱਬੀਆਂ ਦੇ ਪਰਦੇ ਫੋਲ ਲਏ, ਕੀ ਫਰਕ ਪਿਆ? ਤੰਗ ਹੀ ਹੋਏ ਨਾ। ਇਹ ਵਾਲਾ ਰਸ ਗੁਰੂ ਜੀ ਦੇ ਦਰਬਾਰ 'ਚ ਅਕਬਰ ਬਾਦਸ਼ਾਹ ਨੇ ਲੰਗਰ ਛਕਿਆ। ਹੁਣ ਉਹਨੂੰ ਤਾਂ ਕੋਈ ਕਮੀ ਨਹੀਂ ਨਾ, ਬਾਦਸ਼ਾਹ ਨੂੰ ਕਿਸ ਗੱਲ ਦੀ ਕਮੀ। ਨਿੱਤ ਦਿਹਾੜੇ ਉਹਦੇ ਜਿਹੜੇ ਬਾਵਰਚੀ ਨੇ ਉਹ ਨਿੱਤ ਦਿਹਾੜੇ ਵਧੀਆ ਤੋਂ ਵਧੀਆ ਡਿਸ਼ਜ਼ ਬਣਾ ਕੇ ਖਵਾਉਂਦੇ ਹੋਣਗੇ, ਬਾਦਸ਼ਾਹ ਖੁਸ਼ ਹੋ ਜਾਏ। ਪਰ ਉਹ ਗੁਰੂ ਅਮਰਦਾਸ ਕੋਲ ਆ ਕੇ ਪੁਕਾਰ ਉੱਠਿਆ, ਸਤਿਗੁਰੂ ਜੋ ਤੇਰੇ ਲੰਗਰ 'ਚ ਰਸ ਆਇਆ ਮੈਨੂੰ ਨਹੀਂ ਆਇਆ। ਮਨਾ ਮੰਨ ਲੈ ਗੱਲ ਨੂੰ। ਕੁਝ ਐਸਾ ਹੈ ਜਿਹੜਾ ਸੋਚਾਂ ਤੋਂ, ਦਲੀਲਾਂ ਤੋਂ, ਇਹਨਾਂ ਤੋਂ ਉੱਤੇ ਹੈ। ਉਹ ਹੈ ਗੁਰੂ ਦੀ ਬਖਸ਼ਿਸ਼, ਰਹਿਮਤ। ਤਾਂ ਬੇਨਤੀ ਕਰ ਰਿਹਾ ਸਾਂ, ਇੱਕ ਨਾਮ ਰਸ ਦੀ ਹਜੇ ਸਾਨੂੰ ਪਹਿਚਾਣ ਨਹੀਂ, ਦੂਜਾ ਸਾਨੂੰ ਇਹ ਨਹੀਂ ਭਰੋਸਾ ਵੀ ਇਹ ਮਿਲੇਗਾ ਕਿੱਥੋਂ। ਇਹ ਮਿਲਦਾ ਗੁਰੂ ਦੀ ਕਿਰਪਾ ਨਾਲ। ਤੀਜੀ ਗੱਲ, ਇਹ ਮਿਲਦਾ ਕਿਵੇਂ ਹੈ? ਅੱਗੇ ਜਾ ਕੇ ਪੰਕਤੀਆਂ ਆਉਣਗੀਆਂ। ਰਸ ਕਦੇ ਹੱਠ ਨਾ ਕਰਿਓ। ਅੱਗੇ ਜਾ ਕੇ ਪੰਕਤੀਆਂ ਆਉਣਗੀਆਂ, ਮੈਂ ਉਦੋਂ ਵੀ ਤੁਹਾਡੇ ਨਾਲ ਸਾਂਝ ਪਾਵਾਂਗਾ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਬਾਬੇ ਲਹਿਣੇ ਨੂੰ ਗੁਰੂ ਬਣਨ ਤੱਕ 7 ਸਾਲ ਲੱਗੇ। ਉਦੋਂ ਤਜਰਬੇਕਾਰ ਹੈ, 25 ਸਾਲ ਉਮਰ ਵੱਡੀ ਹੈ, ਤਜਰਬੇਕਾਰ ਹੈ, ਕਈ ਤੀਰਥਾਂ ਤੇ ਗਏ, ਪਰ ਬਾਬੇ ਅਮਰਦਾਸ ਨੂੰ 12 ਸਾਲ ਲੱਗ ਗਏ। ਕੀ ਕਹੋਗੇ? 5.5 ਸਾਲ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਹੈ, ਉਹ 5.5 ਸਾਲ ਦੇ ਗੁਰੂ ਬਣ ਗਿਆ। ਤੁਸੀਂ ਕੀ ਕਹੋਗੇ? ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਇਹ ਨਾ ਸੋਚਿਓ ਵੀ ਮੈਂ ਇੰਨਾ ਪਾਠ ਕਰਨਾ, ਇਹ ਨਾ ਸੋਚੋ ਮੈਂ ਇੰਨਾ ਚਿਰ ਬੈਠਦਾ, ਇਹ ਨਾ ਸੋਚੋ ਮੈਨੂੰ ਇੰਨੇ ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ। ਉਹ ਗਿਣਤੀਆਂ 'ਚ ਨਹੀਂ ਹੈ ਮਨਾ, ਉਹ ਤੇ ਬਖਸ਼ਿਸ਼ਾਂ 'ਚ ਹੈ। ਨਿਮਾਣਾ ਜਿਸ ਤਨ ਮਰਜ਼ੀ ਹੋ ਕੇ ਢਹਿ ਪਈ, ਮਨਾ ਤੇਰੇ ਢਹਿਣ ਦੀ ਲੋੜ ਹੈ। ਉਹ ਤੇ ਚੁੱਕ ਕੇ ਗੋਦੀ ਚੁੱਕ ਕੇ ਸੀਨੇ ਨਾਲ ਲਾਉਣ ਦੀ ਥੋੜ੍ਹਾ ਦੇਰੀ ਹੈ। ਦੇਰੀ ਉਹਦੇ ਵੱਲੋਂ ਨਹੀਂ ਲੱਗ ਰਹੀ, ਦੇਰੀ ਤੇਰੇ ਵੱਲੋਂ ਹੀ ਲੱਗ ਰਹੀ ਹੈ। ਮਨਾ ਤੂੰ ਮੈਂ ਢਹਿੰਦਾ ਹੀ ਨਹੀਂ ਜਿਵੇਂ ਤੈਨੂੰ ਡਿੱਗ ਪੈਣਾ ਚਾਹੀਦਾ ਗੁਰੂ ਚਰਨਾਂ 'ਚ। ਅੱਜ ਦਾ ਪਾਵਨ ਬਚਨ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਲੜੀਵਾਰ 'ਚੋਂ ਅੱਜ ਆਪਾਂ ਫਿਰ ਵਿਚਾਰਨ ਲੱਗੇ ਹਾਂ। ਜਾਂਕੋ ਆਇਓ ਏਕ ਰਸਾ, ਸੌਖੀ ਸ਼ਬਦਾਵਲੀ ਅੱਜ। ਜਿਸ ਮਨੁੱਖ ਨੂੰ ਇੱਕ ਨਾਮ ਦਾ ਰਸ ਆ ਗਿਆ,
ਖਾਨ ਪਾਨ ਆਨ ਨਹੀਂ ਖੁਦਿਆ। ਖੁਦਿਆ ਦਾ ਅਰਥ ਹੁੰਦਾ ਭੁੱਖ, ਲਾਲਸਾ, ਤਮੰਨਾ। ਉਹਨੂੰ ਕਿਸੇ ਵੀ ਤਰ੍ਹਾਂ ਦੀ ਖਾਣ ਪਾਣ ਦੀ, ਪੀਣ ਦੀ, ਉਹਨੂੰ ਇਸ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਰਹਿ ਜਾਂਦੀ ਵੀ ਆਹੀ ਮਿਲੇ। ਇਹਦਾ ਮਤਲਬ ਇਹ ਹੈ ਵੀ ਆਹੀ ਮਿਲੇ, ਉਹਦੀ ਇਹ ਲਾਲਸਾ ਨਹੀਂ ਰਹਿ ਜਾਂਦੀ। ਉਹਦਾ ਮਨ ਇੱਥੋਂ ਤੱਕ ਭਿੱਜ ਜਾਂਦਾ ਹੈ, ਉਹ ਬਸ ਹੱਥ ਜੋੜ ਕੇ ਬੇਨਤੀ ਕਰਦਾ, ਸਤਿਗੁਰੂ ਜਿਹੜੀ ਤੇਰੀ ਰਹਿਮਤ ਹੋ ਗਈ, ਜਿਹੜਾ ਤੇਰੀ ਰਹਿਮਤ ਨਾਲ ਮਿਲਿਆ ਨਾ, ਪਰਸੋਂ ਤਾਂ ਇਵੇਂ ਬਣ ਗਿਆ, ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਥੋੜਾ ਜਿਹਾ ਇਹਦੇ ਤੋਂ ਅੱਗੇ ਵੀ ਨਿਕਲੀਏ। ਸਾਹਿਬ ਕਹਿੰਦੇ ਨੇ ਵੀ ਤੂੰ ਨਿਤ ਦਿਹਾੜੇ ਹੁਕਮ ਕੀਏ ਮਨ ਭਾਮਦੇ। ਸਾਰੀ ਜ਼ਿੰਦਗੀ ਹੁਕਮ ਨਾਲ ਹੀ ਖਾਂਦਾ ਰਿਹਾ। ਨਹੀਂ, ਖਾਨ ਪਾਨ ਆਨ ਨਹੀਂ ਖੁਦਿਆ, ਉਹਦੇ ਅੰਦਰ ਕੋਈ ਲਾਲਸਾ ਨਹੀਂ ਰਹਿ ਜਾਂਦੀ। ਤਾਂ ਕਿ ਚਿੱਤ ਨਾ ਵਸਾ, ਉਹਦੇ ਚਿੱਤ ਵਿੱਚ ਇਹ ਗੱਲਾਂ ਵਸਦੀਆਂ ਹੀ ਨਹੀਂ। ਬੱਚੀ ਨੇ ਪ੍ਰਸ਼ਾਦਾ ਬਣਾਇਆ, ਕਿਸੇ ਧਰਮੀ ਪੁਰਖ ਨੂੰ ਘਰੇ ਸੱਦਿਆ, ਛਕਣ ਲੱਗੇ ਨੇ, ਹਲਕਾ ਜਿਹਾ ਨਮਕ ਘੱਟ ਹੈ ਨਹੀਂ ਸੀ, ਉਹਨਾਂ ਕੀ ਸੀ। ਘਰ ਵਾਲਾ ਸੁਭਾਵਿਕ ਪੁੱਛਦਾ ਬਈ ਕੋਈ ਚੀਜ਼ ਦੀ ਲੋੜ ਹੋਵੇ। ਉਹ ਕਹਿੰਦੇ ਬਈ ਥੋੜਾ ਜਿਹਾ ਨਮਕ ਘੱਟ ਹੈ। ਬੱਚੀ ਰਸੋਈ 'ਚ ਬੋਲੀ, ਕਹਿੰਦੀ ਜਿੰਨਾ ਸੀ ਪਾ ਦਿੱਤਾ ਹੈ। ਉਹ ਕਹਿਣ ਲੱਗਿਆ ਫਕੀਰ ਗੁਆਂਢੀਆਂ ਤੋਂ ਫੜ ਲਓ। ਉਹਨਾਂ ਗੁਆਂਢੀਆਂ ਤੋਂ ਲਿਆ ਕੇ ਨਮਕ ਤਾਂ ਦੇ ਦਿੱਤਾ, ਤੇ ਪ੍ਰਸ਼ਾਦਾ ਛਕ ਕੇ ਜਦੋਂ ਤੁਰਨ ਲੱਗਾ, ਹੁਣ ਉਹਦੇ ਮਨ 'ਚ ਬੜੀ ਅਜੀਬ ਕਹਾਣੀ। ਬਈ ਇਹ ਅਕਸਰ ਕਹਿੰਦੇ ਹੁੰਦੇ ਨੇ, ਜਦੋਂ ਕੋਈ ਧਰਮੀ ਬੰਦਾ ਆਵੇ ਵੀ ਕੋਈ ਬਖਸ਼ਿਸ਼ ਕਰਕੇ ਜਾਓ, ਕੋਈ ਮਿਹਰ ਕਰੋ, ਕੋਈ ਅਰਦਾਸ ਕਰੋ, ਕੋਈ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਓ। ਉਹ ਛਕਿਆ ਪ੍ਰਸ਼ਾਦਾ, ਧੰਨਵਾਦ, ਤੁਰ ਚੱਲਿਆ। ਉਹ ਕਹਿੰਦਾ ਕੋਈ ਬਚਨ ਨਹੀਂ ਕਰਨਾ। ਘਰ ਵਾਲਾ ਕਹਿਣ ਲੱਗਿਆ, ਜਿਹੜਾ ਸਾਦਗੀ ਵਾਲਾ, ਕਹਿੰਦਾ ਲੋੜ ਨਹੀਂ ਪੈਣੀ। ਕਹਿੰਦੇ ਕਿਉਂ? ਕਹਿੰਦੇ ਸਾਂਝ ਤਾਂ ਇਹੋ ਹੀ ਹੁੰਦੀ ਹੈ, ਪ੍ਰਸ਼ਾਦਾ ਤਾਂ ਇੱਕ ਬਹਾਨਾ ਹੁੰਦਾ ਹੈ। ਪਰ ਮੈਨੂੰ ਲੱਗਿਆ ਵੀ ਜਿਹੜੀ ਚੀਜ਼ ਦੀ ਸਾਨੂੰ ਲੋੜ ਉਹ ਤੁਹਾਡੇ ਕੋਲ ਹੈ ਨਹੀਂ। ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ ਭਲਿਆ ਪ੍ਰਸ਼ਾਦਾ ਬਣਾਇਆ ਸੀ, ਤੂੰ ਇੱਕ ਚੀਜ਼ ਆਪਣੇ ਕੋਲੋਂ ਪਾ ਲੈਂਦਾ, ਸੰਤੋਖ ਆਪਣੇ ਕੋਲੋਂ ਪਾ ਲੈਂਦਾ, ਸਬਰ ਆਪਣੇ ਕੋਲੋਂ ਪਾ ਲੈਂਦਾ। ਤੂੰ ਘਰ ਦੀ ਹਾਲਤ ਵੇਖ ਲੈਂਦਾ, ਨਹੀਂ ਸੀ ਨਮਕ, ਉਹ ਸਬਰ ਕਰ ਲੈਂਦਾ। ਇੰਨਾ ਕੁਛ ਧੀ ਬੱਤੀ ਨੇ ਪਾ ਕੇ ਪ੍ਰਸ਼ਾਦਾ ਬਣਾ ਦਿੱਤਾ, ਤੂੰ ਕੱਲਾ ਸਬਰ ਹੀ ਪਾ ਲੈਂਦਾ, ਸਾਨੂੰ ਵੀ ਆਨੰਦ ਆ ਜਾਣਾ ਸੀ, ਤੈਨੂੰ ਵੀ ਆਨੰਦ ਆ ਜਾਣਾ ਸੀ। ਯਾਦ ਰੱਖਿਓ, ਜਿਹਦੇ ਘਰ ਏਡਾ ਵਧੀਆ ਪ੍ਰਸ਼ਾਦਾ ਬਣਦਾ ਹੋਵੇ ਤੇ ਮੁੜ ਕੇ 7 ਮਹੀਨੇ ਘੇਰਾ ਪੈ ਜਾਏ, ਉਹਨੂੰ ਪ੍ਰਸ਼ਾਦਾ ਨਾ ਮਿਲੇ, ਉਹ ਤਾਂ 7 ਸਾਲ ਦਾ ਬੱਚਾ ਤੇ ਵੱਡਾ 18 ਸਾਲਾਂ ਦਾ ਹੈ। ਨਾ 7 ਸਾਲ ਵਾਲਾ ਲੜ ਰਿਹਾ ਹੈ, ਨਾ 18 ਸਾਲਾਂ ਵਾਲਾ ਲੜ ਰਿਹਾ ਹੈ ਵੀ ਮੇਰੇ ਕੋਲੋਂ ਨਹੀਂ ਪੱਤੇ ਖਾਧੇ ਜਾਂਦੇ, ਮੈਂ ਨਹੀਂ ਇਹ ਖਾਣਾ, ਮੈਨੂੰ ਤਾਂ ਭੋਜਨ ਦੇ। ਆਨੰਦਪੁਰ ਸਾਹਿਬ 'ਚ ਐਸੀ ਤਾਂ ਕੋਈ ਲੜਾਈ ਨਹੀਂ ਨਾ ਹੋਈ। ਉਹਦੇ ਚਿੱਤ ਵਿੱਚ ਨਹੀਂ ਵਸਦੇ, ਉਹ ਇਹਨਾਂ ਤੋਂ ਉੱਚਾ ਉੱਠ ਗਿਆ। ਮਨਾ ਕਦੇ ਸ਼ੁਕਰ ਕਰਕੇ ਵੀ ਖਾਇਆ ਕਰ, ਨਿਤ ਦਿਹਾੜੇ ਨੁਕਸੀ ਕੱਢਦਾ ਰਹਿਣਾ। ਮੈਂ ਬੇਨਤੀ ਕਰਾਂ, ਇਹਨਾਂ ਗੱਲਾਂ ਨੂੰ ਆਪਣੇ ਘਰ ਪਰਿਵਾਰਾਂ 'ਚ ਵੀ ਲੈ ਕੇ ਜਾਇਆ ਕਰੀਏ, ਕਥਾ ਨੂੰ ਗੁਰਦੁਆਰੇ ਨਾਲ ਛੱਡ ਦਿਆ ਕਰੀਏ। ਵਡੇਰੀ ਉਮਰ ਵਾਲੇ, ਮੇਰੀ ਉਮਰ ਵਾਲੇ ਨਿਤ ਦਿਹਾੜੇ ਧੀਆਂ ਬੱਚੀਆਂ ਨੂੰ ਫਾਹੇ ਟੰਗੀ ਰੱਖਦੇ ਨੇ। ਕੋਈ ਗੱਲ ਗਲਤ ਹੋ ਵੀ ਗਈ ਕਿਸੇ ਵੇਲੇ, ਮਨਾ ਸਬਰ ਕਰ ਲੈ, ਬਹੁਤ ਪਿਆਰ ਮਿਲੇਗਾ। ਘਰ ਪਰਿਵਾਰ ਤੱਕ ਧਰਮ ਨੂੰ ਲੈ ਕੇ ਜਾਈਏ, ਨਿਤ ਦੀ ਜ਼ਿੰਦਗੀ 'ਚ ਲੈ ਕੇ ਜਾਈਏ। ਉਹਦੇ ਰਸਾਂ ਕਸਾਂ ਦਾ ਜੀਵਨ ਨਹੀਂ ਹੁੰਦਾ, ਉਹਦਾ ਮਾਨਸਿਕ ਪੱਧਰ ਉੱਚਾ ਉੱਠ ਜਾਂਦਾ ਹੈ। ਉਹ ਫਿਰ ਸਮਝਦਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਭੋਜਨ ਤੁਧ। ਜਿਹਨੂੰ ਰਸ ਆ ਗਿਆ ਨਾ ਜਪਜੀ ਸਾਹਿਬ ਦਾ, ਜਿਹਨੂੰ ਰਸ ਆ ਗਿਆ ਸੁਖਮਨੀ ਸਾਹਿਬ ਦਾ, ਉਹਨੂੰ ਦੁਨੀਆਂ ਦੇ ਬਾਕੀ ਰਸਾਂ ਕਸਾਂ ਤੋਂ ਕਹਾਣੀ ਉੱਚੀ ਉੱਠ ਜਾਣੀ ਹੈ। ਅੱਗੇ ਚਲੀਏ।
ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਬਚਨ ਨੇ, ਲਵੈ ਨ ਲਾਗਨ ਕੋ ਹੈ ਕਛੂ ਹੈ। ਲਵੈ ਲੱਗਣਾ ਦਾ ਮਤਲਬ ਹੁੰਦਾ ਬਰਾਬਰਤਾ ਕਰਨੀ। ਇੱਥੇ ਅਰਥ ਉਹਦੇ ਨੇ ਨੇੜਤਾ ਬਣਾਉਣੀ। ਰੱਬ ਦੇ ਰਸ ਦੇ ਬਰਾਬਰ ਕੋਈ ਚੀਜ਼ ਬਰਾਬਰ ਨਹੀਂ ਪਹੁੰਚ ਸਕਦੀ, ਨਾ ਕਾਮ ਦਾ ਰਸ, ਨਾ ਵਿਕਾਰਾਂ ਦਾ ਰਸ, ਨਾ ਦੁਨੀਆ ਦੇ ਖਾਣ ਪੀਣ ਦਾ ਰਸ। ਉਹਦੇ ਬਰਾਬਰ ਤਾਂ ਕਰ ਹੀ ਨਹੀਂ ਸਕਦਾ ਕੋਈ ਵੀ। ਲਵੈ ਨਾ ਲਾਗਨ ਕੋ ਹੈ ਕਛੂ ਹੈ, ਜਾਂ ਕੋ ਫਿਰ ਇਹ ਧਾਵੈ। ਕਹਿੰਦੇ ਜਿਹਦੇ ਪਿੱਛੇ ਭਟਕਦਾ ਫਿਰਦਾ, ਕਦੇ ਇਹਦੇ ਚੋਂ ਰਸ ਲੈਂਦਾ, ਕਦੇ ਉਹਦੇ ਚੋਂ ਰਸ ਲੈਂਦਾ। ਨਹੀਂ, ਜਿਹਨੂੰ ਇੱਕ ਰਸ ਆ ਗਿਆ ਉਹ ਭਟਕਣਾ ਮੁੱਕ ਗਈ। ਛੋਟੀ ਜਿਹੀ ਇੱਕ ਬੇਨਤੀ ਕਰਾਂ। ਇੱਕ ਕਵੀ ਕਿਸੇ ਬਗੀਚੇ 'ਚ ਗਿਆ ਤੇ ਉਹ ਕਵੀ ਦੇਖਦਾ ਵੀ ਭੌਰਾ ਉੱਡ ਕੇ ਸਾਰੇ ਫੁੱਲਾਂ ਤੇ ਬੈਠਦਾ ਹੈ, ਪਰ ਚਮੇਲੀ ਦੇ ਫੁੱਲ ਤੇ ਨਹੀਂ ਬੈਠਦਾ। ਉਹਨੇ ਚਮੇਲੀ ਦੇ ਫੁੱਲ ਨਾਲ ਗੱਲ ਕੀਤੀ। ਕਵੀ ਆਪਣੇ ਅੰਦਾਜ਼ ਵਿੱਚ ਗੱਲ ਕਰਦਾ ਹੈ, ਕਹਿੰਦਾ ਚੰਪਾ ਤੁਝ ਪੈ ਤੀਨ ਗੁਣ, ਰੂਪ ਰੰਗ ਅਰ ਬਾਸ। ਤੇਰਾ ਰੂਪ ਵੀ ਹੈ, ਰੰਗ ਵੀ ਹੈ, ਸੁਗੰਧੀ ਵੀ ਹੈ, ਪਰ ਇਹ ਔਗਣ ਤੁਝ ਵੇਖੈ, ਭਵਰ ਨਾ ਬੈਠੇ ਪਾਸ। ਪਰ ਤੇਰੇ 'ਚ ਕਿੱਡਾ ਵੱਡਾ ਔਗਣ ਹੈ, ਤੇਰੇ ਕੋਲ ਭੌਰਾ ਨਹੀਂ ਬੈਠਦਾ। ਉਹ ਹੁਣ ਚਮੇਲੀ ਦਾ ਫੁੱਲ ਜਵਾਬ ਦਿੰਦਾ ਹੈ। ਕਵੀ ਦੀ ਕਲਪਨਾ ਹੈ। ਚਮੇਲੀ ਦਾ ਫੁੱਲ ਜਵਾਬ ਦਿੰਦਾ ਹੈ, ਕਹਿੰਦੇ ਐ ਮਿੱਤਰ ਮੁਝ ਮੈਂ ਤੀਨ ਗੁਣ, ਰੂਪ ਰੰਗ ਅਰ ਬਾਸ, ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਇਹ ਔਗਣ ਨਹੀਂ ਮੇਰਾ ਗੁਣ ਹੈ, ਇਹ ਔਗਣ ਨਹੀਂ ਮੇਰਾ ਗੁਣ ਹੈ। ਮੈਂ ਤੈਨੂੰ ਉਹ ਜਿਹੇ ਨੂੰ ਕੋਲ ਨਹੀਂ ਬਿਠਾਉਂਦੀ ਜਿਹੜਾ ਥਾਂ ਥਾਂ ਤੇ ਭਟਕਣ ਵਾਲਾ ਹੋਵੇ। ਮਨਾਂ ਤੋਂ ਕਿਤੇ ਗੁਰੂ ਦਾ ਲੜ ਪਕੜ ਕੇ ਤਾਂ ਦੇਖ, ਕੋਈ ਚੀਜ਼ ਇਹਦੇ ਬਰਾਬਰ ਤਾਂ ਕਰਨ ਵਾਲੀ ਨਹੀਂ ਹੈ। ਇੱਕ ਕਵੀ ਕਿਸੇ ਰੇਲਵੇ ਸਟੇਸ਼ਨ ਤੇ ਬੈਠਾ, ਕਈ ਵਾਰੀ ਗੱਲਾਂ ਯਾਦ ਆ ਜਾਂਦੀਆਂ ਨੇ। ਉਹ ਬੈਠਾ ਬੈਠਾ ਲਿਖਣ ਲੱਗ ਪਿਆ। ਲਿਖਦੇ ਆ ਉਹਨੂੰ ਪੁੱਛਦਾ ਹੈ, ਛੋਟੀ ਜਿਹੀ ਦੁਕਾਨ ਹੈ ਇੱਕ ਚਾਹ ਦੀ, ਉਹ ਪੁੱਛਦਾ ਕਹਿੰਦਾ ਕੀ ਲਿਖਣ ਲੱਗਾ ਹੈ? ਉਹ ਕਹਿੰਦਾ ਯਾਰ ਅੱਜ ਕਵਿਤਾ ਬੜੀ ਅਜੀਬ ਜੀ ਢੰਗ ਦੀ ਆਈ। ਕਹਿੰਦੇ ਕੀ? ਕਹਿੰਦੇ ਕਵਿਤਾ ਇਹ ਆਈ ਹੈ ਵੀ ਤੇਰੇ ਕੋਲ ਇੱਕ ਕਸੋਰਾ ਮਿੱਟੀ ਦਾ ਭਾਂਡਾ ਪਿਆ, ਛੋਟਾ ਜਿਹਾ ਮਿੱਟੀ। ਤੁਸੀਂ ਦੇਖਿਆ ਹੋਏਗਾ ਕਈਆਂ ਨੇ ਰੇਲਵੇ ਸਟੇਸ਼ਨ ਤੇ ਉਹ ਮਿੱਟੀ ਦੇ ਭਾਂਡੇ 'ਚ ਚਾਹ ਪਾ ਕੇ ਦੇ ਦਿੰਦੇ ਨੇ। ਇੱਥੇ ਵੀ ਸ਼ਾਇਦ ਮਿਲਦੇ ਹੁਣ, ਮੈਨੂੰ ਪਤਾ ਨਹੀਂ। ਉਹ ਇੱਕ ਕਸੋਰਾ ਮਿੱਟੀ ਦਾ ਛੋਟਾ ਜਿਹਾ ਕੱਪ ਪਿਆ, ਤੇ ਇੱਕ ਉਹ ਜਿਹੜਾ ਅੱਜ ਕੱਲ੍ਹ ਬੋਨ ਚੈਨਾਂ ਦੇ ਆਉਂਦੇ ਨੇ, ਤੇ ਉਹ ਪਏ ਨੇ ਜਿਹੜੀ ਅਸੀਂ ਕਰੋਕਰੀ ਦਾ ਵਰਤਦੇ, ਉਹ ਵੀ ਪਿਆ ਕੋਲ। ਉਹ ਹੁਣ ਜਿਹੜਾ ਕਰੋਕਰੀ ਦਾ ਕੱਪ ਹੈ, ਉਹ ਮਿੱਟੀ ਦੇ ਕੱਪ ਨੂੰ ਕਹਿੰਦਾ ਵੀ ਤੂੰ ਪਾਸੇ ਹੋ ਕੇ ਬੈਠ, ਤੂੰ ਆਪਣਾ ਰੰਗ ਰੂਪ ਵੇਖ। ਮਿੱਟੀ ਦਾ ਛੋਟਾ ਜਿਹਾ ਕੱਪ ਉਸ ਕਰੋਕਰੀ ਦੇ ਕੱਪ ਨੂੰ ਕਹਿੰਦਾ ਤੇਰੇ ਨਾਲੋਂ ਸੋਹਣਾ ਹੈ। ਬੜਾ ਹੱਸਿਆ, ਕਹਿਣ ਲੱਗੇ ਮੈਨੂੰ ਕਿਵੇਂ ਸੋਹਣਾ? ਮੈਂ ਦੇਖ ਕਿੱਡਾ ਵਧੀਆ ਬਣਿਆ, ਕਿਸੇ ਕੰਪਨੀ ਦਾ ਬਣਿਆ, ਮੇਰੇ ਤੇ ਬ੍ਰਾਂਡ ਦਾ ਨਾਂ ਲਿਖਿਆ ਹੋਇਆ, ਮਹਿੰਗਾ ਖਰੀਦਿਆ ਗਿਆ, ਪੈਕਿੰਗ ਹੋ ਕੇ ਆਈ, ਕਿੱਡਾ ਵਧੀਆ ਤੂੰ ਬਣਾਇਆ, ਤੇ ਤੈਨੂੰ ਸਾਦੇ ਜਿਹੇ ਘੁਮਾਰ ਨੇ ਬਣਾ ਦਿੱਤਾ। ਉਹ ਕਹਿਣ ਲੱਗੇ ਫਿਰ ਵੀ ਤੇਰੇ ਨਾਲ ਵਧੀਆ। ਕਹਿਣ ਲੱਗੇ ਉਹ ਕਿਵੇਂ? ਕਹਿੰਦਾ ਤੂੰ ਕਿੱਡਾ ਚਲਾ ਕੇ ਸੈਂਕੜੇ ਲੋਕਾਂ ਦੇ ਮੂੰਹ ਲੱਗਣਾ, ਚਾਹ ਪੀਣ ਤੋਂ ਧੋ ਸਵਾਰ ਕੇ ਬੈਠ ਕੇ ਫਿਰ ਸੋਹਣਾ ਹੋ ਕੇ ਬੈਠ ਜਾਂਦਾ। ਮੈਂ ਜਿਹਦੇ ਇੱਕ ਵਾਰੀ ਮੂੰਹ ਨੂੰ ਲੱਗਦਾ ਨਾ, ਉਹ ਅਗਲਾ ਤੋੜ ਜਾਂਦਾ। ਬਸ ਮੈਂ ਪ੍ਰੀਤ ਇੱਕ ਨਾਲ ਹੀ ਪਾਉਣਾ, ਦੂਜੇ ਦੇ ਮੂੰਹ ਨਹੀਂ ਲੱਗਦਾ। ਸੱਚ ਕਰਕੇ ਜਾਣਿਓ, ਨਿੱਕੀਆਂ ਨਿੱਕੀਆਂ ਗੱਲਾਂ ਵੀ ਸਾਨੂੰ ਬਹੁਤ ਕੁਝ ਸਿਖਾ ਜਾਂਦੀਆਂ ਨੇ। ਮਨਾ ਕਿਤੇ ਗੁਰੂ ਦੇ ਲੜ ਲੱਗ ਜਾਓ, ਦੁਨੀਆ ਦੇ ਰਸਾਂ ਕਸਾਂ ਤੋਂ ਉੱਚਾ ਉੱਠ ਜਾਏਗਾ। ਤਾਂ ਹੀ ਤਾਂ ਸ਼ਹੀਦ ਖਰੀਦੇ ਨਹੀਂ ਜਾਂਦੇ। ਸ਼ਹੀਦ ਕਿਉਂ ਨਹੀਂ ਖਰੀਦਿਆ ਜਾਂਦਾ? ਸ਼ਹੀਦ ਇਸੇ ਲਈ ਨਹੀਂ ਖਰੀਦਿਆ ਜਾਂਦਾ ਕਿਉਂਕਿ ਜਿਹੜੇ ਨਾਮ ਰਸ ਦੇ ਕੋਲ ਉਹਦੀ ਦਾਤ ਹੈ, ਉਹਨੇ ਪ੍ਰਾਪਤ ਕਰ ਲਈ, ਤੇ ਦੁਨੀਆ ਦੇ ਬਾਕੀ ਧੀਆਂ ਦੇ ਡੋਲੇ ਵਿਕਾਰਾਂ ਦੇ ਰਸ ਉਹਦਾ ਮੁਹਤਾਜ ਕੋਈ ਨਹੀਂ। ਸ਼ਹੀਦ ਇਸ ਅਵਸਥਾ 'ਚ ਜਿਉਂਦਾ ਹੈ। ਲਵੈ ਨ ਲਾਗਨ ਕੋ ਹੈ ਕਛੂ ਹੈ, ਜਾਂ ਕੋ ਫਿਰ ਇਹ ਧਾਵੈ। ਜਿਹਦੇ ਮਗਰ ਤੂੰ ਭਟਕਦਾ ਫਿਰਦਾ ਮਨਾ, ਉਹ ਰੱਬ ਦੇ ਰਸ ਦੇ ਬਰਾਬਰਤਾ ਨਹੀਂ ਕਰ ਸਕਦੇ। ਜਾਂ ਕੋ ਗੁਰਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਣਿਆ ਵੈ। ਕਹਿੰਦੇ ਕੱਟੜਤਾਈ ਨਾ ਕਰੀ, ਆਪਣੇ ਵੱਲੋਂ ਨਾ ਕੋਈ ਬਾਹਲੀ ਸੋਚ ਕੇ ਤੁਰੀ, ਗੁਰੂ ਤੇ ਭਰੋਸਾ ਰੱਖੀ। ਜਿਹਨੂੰ ਗੁਰੂ ਇਹ ਨਾਮ ਅੰਮ੍ਰਿਤ ਦਿੰਦਾ ਹੈ, ਉਸੇ ਨੂੰ ਬਣ ਆਉਂਦਾ ਹੈ। ਗੁਰੂ ਅੱਗੇ ਬੇਨਤੀਆਂ ਕਰ, ਗੁਰੂ ਅੱਗੇ ਤਰਲੇ ਕਰ, ਗੁਰੂ ਅੱਗੇ ਰਜੋਈਆਂ ਕਰ, ਬਣ ਜਾਏਗੀ ਗੱਲ।
ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ। ਮੌਲਿਆ ਦਾ ਮਤਲਬ ਖੇੜੇ 'ਚ ਆ ਜਾਣਾ। ਅੱਜ ਮੈਂ ਹੈਰਾਨ ਹੁੰਨਾ, ਬਹੁਤਾਤ ਫੋਨ ਵੀ ਆਉਂਦੇ ਨੇ। ਇਸ ਕਰੋਨਾ ਕਰਕੇ ਲੋਕ ਡਿਪਰੈਸ਼ਨ ਵਿੱਚ ਚਲੇ ਗਏ। ਤੇ ਜਿਹੜਾ ਜਪਜੀ ਸਾਹਿਬ ਪੜ੍ਹਦਾ, ਨਾਨਕ ਭਗਤਾਂ, ਪੜ੍ਹੋ ਇੱਕ ਵਾਰੀ, ਨਾਨਕ ਭਗਤਾਂ ਸਦਾ ਸ਼ਬਦ ਕੀ ਹੈ? ਦੁੱਖ ਵੀ ਆ ਸਕਦਾ, ਸੁੱਖ ਵੀ ਆ ਸਕਦਾ। ਉਹ ਸਦਾ ਹਾਰੇ ਵਰ। ਇਹ ਨਹੀਂ ਵੀ ਅੱਜ ਕੋਈ ਸੌਖੇ ਜੰਨੇ ਤੇ ਅੱਜ ਮੈਂ ਖੁਸ਼ ਹਾਂ, ਕੱਲ ਕੋਈ ਮੁਸ਼ਕਿਲ ਪੈ ਗਈ ਤੇ ਮੈਂ ਡਿਪਰੈਸ਼ਨ 'ਚ ਚਲਾ ਗਿਆ। ਉਸੇ ਲਈ ਤਾਂ ਜਪਜੀ ਸਾਹਿਬ ਪੜ੍ਹਨੀ ਹੈ। ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ। ਅਸੀਂ ਇਸੇ ਲਈ ਜਪਜੀ ਸਾਹਿਬ ਪੜ੍ਹਦੇ ਰਹੇ ਵੀ ਮੇਰੇ ਇੱਕ ਟਰੱਕ ਦੇ 4 ਬਣ ਜਾਣੇ ਨੇ। ਉਹ ਇਕੱਲੇ ਟਰੱਕਾਂ ਦੇ 4 ਬਣਾਉਣ ਵਾਸਤੇ ਜਪਜੀ ਸਾਹਿਬ ਨਹੀਂ ਹੈ। ਇਹ ਜਪਜੀ ਸਾਹਿਬ ਉਸ ਵਾਸਤੇ ਤੇਰਾ ਸਮਤੋਲ ਇੱਕੋ ਜਿਹਾ ਰਵੇ। ਦੁੱਖ ਹੋਵੇ, ਤੂੰ ਆਰੇ ਜੇ ਦੰਦੀਆਂ ਥੱਲੇ ਵੀ ਹੋਵੇ, ਤੂੰ ਤਦ ਵੀ ਖੁਸ਼ ਹੋਵੇਂ। ਘਰ 'ਚ ਬੈਠ ਕੇ ਪੁੱਤ ਨੂੰ ਗੋਦ 'ਚ ਲਈ ਬੈਠਾ ਹੋਵੇਂ, ਤੂੰ ਤਦ ਵੀ ਖੁਸ਼ ਹੋਵੇਂ। ਲੋਕ ਤੈਨੂੰ ਸਲਾਮਾਂ ਕਰਨ, ਤੂੰ ਤਦ ਵੀ ਖੁਸ਼ ਹੋਵੇਂ। ਤੇਰੇ ਕੋਲ ਕੁਝ ਨਾ ਹੋਵੇ, ਤੂੰ ਤਦ ਵੀ ਖੁਸ਼ ਹੋਵੇਂ। ਉਹ ਵਾਲੀ ਅਵਸਥਾ, ਨਾਨਕ ਭਗਤਾਂ ਸਦਾ ਵਿਕਾਸ, ਉਹ ਵਾਲਾ ਰਸ। ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ। ਬਾਹਰ ਦੇ ਅਰਬਾਂ ਖਰਬਾਂ ਇਕੱਠੇ ਕਰ ਲਓ। ਆ ਦੇਖੋ ਲਾਲਚ ਦੀ ਗੱਲ। ਚੱਕੀ ਚਾਟੇ चून रहाए, चक्की का चीथरा कहाँ ले जाए। कबीर साहब का बचन है। ਚੱਕੀ ਦੇ ਪੁਰਾਣੇ ਸਮੇਂ ਦੇ ਵਿੱਚ ਚੱਕੀ ਤੇ ਆਟਾ ਪੀਆ ਜਾਂਦਾ ਸੀ, ਅੱਜ ਵੀ ਪੀਤਾ ਜਾਂਦਾ, ਪਰ ਚੱਕੀ ਦਾ ਰੂਪ ਬਦਲ ਗਿਆ। ਉਹ ਚੱਕੀ ਤੋਂ ਬਾਅਦ ਵਿੱਚ ਬੀਬੀ ਨਾ ਉਹ ਸਾਫ਼ ਕਰਕੇ ਉਹ ਚੱਕੀ ਨੂੰ ਰੱਖ ਦਿੰਦੀ ਹੈ। ਉਹਨੂੰ ਚੀਥਰਾ ਕਹਿੰਦੇ ਨੇ, ਉਹ ਕੱਪੜਾ ਇੱਕ। ਉਹ ਕੁੱਤੇ ਨੂੰ ਕਿਹਾ, ਕਹਿੰਦੇ ਥੱਲੇ ਡੁੱਲਿਆ ਹੋਇਆ ਆਟਾ ਤੂੰ ਚੱਖ ਲਿਆ, ਤੂੰ ਚੱਕੀ ਨੂੰ ਵੀ ਮੂੰਹ ਮਾਰ ਲਿਆ, ਇਹਦੇ 'ਚ ਤੂੰ ਫਸਿਆ ਨਹੀਂ, ਬਚ ਗਿਆ, ਕਿਉਂਕਿ ਸਬੂਤ ਕੋਈ ਨਹੀਂ ਸੀ। ਪਰ ਹੁਣ ਤੂੰ ਚੱਕੀ ਦਾ ਜਿਹੜਾ ਕੱਪੜਾ ਵੀ ਮੂੰਹ 'ਚ ਲੈ ਕੇ ਤੁਰਿਆ ਹੋਇਆ, ਕਮਲਿਆ, ਹੁਣ ਤੇਰੇ ਡੰਡਾ ਵੱਜਣਾ ਹੈ। ਸਬਰ ਤਾਂ ਕਰਦਾ ਕਿਤੇ। ਜਿਹੜੀ ਇਹੋ ਜਿਹੀ ਕੁੱਤੇ ਵਾਲੀ ਬਿਰਤੀ ਹੈ, ਕਿੱਥੋਂ ਤੂੰ ਚੱਲਿਆ, ਚਾਹ ਬਣਾਉਣ ਲੱਗਾ, ਤੂੰ ਆਪ ਕਹਿਣਾ ਵੀ ਮੈਂ ਚਾਹ ਬਣਾਉਂਦਾ ਸੀ। ਚਾਹ ਬਣਾਉਣ ਲੱਗਾ ਹੋਇਆ ਤੂੰ ਤਖਤ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, ਮਿਨਿਸਟਰ ਬਣ ਗਿਆ, ਪਰ ਹੁਣ ਵੀ ਤੂੰ ਕਿਸੇ ਗਰੀਬ ਦੀ ਰੋਟੀ ਤੇ ਅੱਖ ਰੱਖੀ ਬੈਠੋ। ਚੱਕੀ ਦਾ ਚੀਥਰਾ ਕਿਉਂ ਚੁੱਕਣ ਲੱਗਿਆ? ਤੈਨੂੰ ਆਟੇ ਨਾਲ ਸਬਰ ਨਾ ਆਇਆ, ਤੈਨੂੰ ਚੱਕੀ ਚੱਟ ਕੇ ਸਬਰ ਨਾ ਆਇਆ। ਗਰੀਬ ਦੀ ਰੋਟੀ ਖੇਤ ਵਿੱਚ ਤੂੰ ਕੀ ਚੁੱਕ ਕੇ ਲੈ ਜਾਏਗਾ? ਹੁਣ ਤੇਰੇ ਡੰਡਾ ਪਏਗਾ, ਕਿਉਂਕਿ ਚੀਥਰਾ ਮੂੰਹ 'ਚ ਫਸ ਗਿਆ। ਕਿਤੇ ਤਾਂ ਸਬਰ ਕਰਦਾ। ਇਸੇ ਗੱਲ ਨੂੰ ਲੈ ਕੇ ਭਾਈ ਗੁਰਦਾਸ ਜੀ ਆਖਦੇ ਨੇ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ। ਉਹ ਰਾਜ ਤੇ ਬੈਠ ਗਿਆ, ਤੇਰੇ ਕੋਲ ਕਿੰਨਾ ਕੁਛ ਹੈ, ਗਰੀਬ ਦੀ ਰੋਟੀ ਤੇ ਅੱਖ ਰੱਖੀ ਬੈਠਾ। ਉਹ ਗਰੀਬ ਜਿਹਦੀਆਂ ਰੋਜ਼ ਫੋਟੋਆਂ ਛਪਦੀਆਂ ਨੇ ਵੀ 40,000 ਦਾ ਕਰਜ਼ ਨਾ ਦੇ ਸਕਿਆ, ਇਹਨੇ ਆਤਮ ਹੱਤਿਆ ਕਰ ਲਈ। ਉਹ ਗਰੀਬ ਜਿਹਦੀ ਧੀ ਜਵਾਨ ਹੈ, ਵਿਆਹ ਨਾ ਸਕਿਆ, ਉਹਨੇ ਆਤਮ ਹੱਤਿਆ ਕਰ ਲਈ। ਉਸ ਗਰੀਬ ਦੀ ਰੋਟੀ ਚੁੱਕਣ ਲੱਗਾ। ਸਤਿਗੁਰੂ ਆਖਦੇ ਨੇ, ਕਹਿੰਦੇ ਭਲਿਆ, ਜਿੰਨਾ ਮਰਜ਼ੀ ਧਨ ਇਕੱਠਾ ਕਰ ਲੈ, ਭੁੱਖ ਨਹੀਂ ਜਾਣੀ। ਦੂਜੇ ਪਾਸੇ ਇੱਕ ਕਿਣਕਾ, ਏਕ ਬੂੰਦ ਜਿਨ ਪਾਈ। ਜਿਹਨੇ ਰੱਬ ਦੇ ਨਾਮ ਰਸ ਦੀ ਇੱਕ ਬੂੰਦ ਵੀ ਲੈ ਲਈ, ਉਹ ਇੰਨਾ ਰੱਜ ਗਿਆ, ਲੋਕਾਂ ਨੂੰ ਵੰਡਣ ਲੱਗ ਪਿਆ। ਉਹ ਕਹਿੰਦਾ ਮੇਰੇ ਜੋਗਾ ਬਹੁਤ ਹੈ। ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਐਡਾ ਅਮੀਰ ਬਣ ਜਾਂਦਾ ਉਹ। ਵਰਨ ਨਾ ਸਾਕੋ ਉਸਤਤ, ਤਾਂ ਕਿ ਕੀਮਤ ਕਹਿਣ ਨਾ ਜਾਈ। ਮੇਰੇ ਕੋਲ ਸ਼ਬਦਾਵਲੀ ਨਹੀਂ ਹੈ, ਮੈਂ ਉਸ ਨਾਮ ਰਸ ਨੂੰ ਬਿਆਨ ਕਰ ਸਕਾਂ। ਕਾਲ ਨਾ ਮਿਲਿਓ, ਸੇਬ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਮਨਾ ਤੇਰੇ ਉਪਰਾਲੇ ਨਾਲ ਨਹੀਂ, ਸਾਰਾ ਕੁਛ ਪੜ੍ਹ ਕੇ ਨਾਲ ਗੁਰਪ੍ਰਸਾਦ ਨੂੰ ਨਾ ਭੁੱਲਿਆ ਕਰ। ਗੁਰਪ੍ਰਸਾਦ ਨੂੰ ਵੀ ਪੜ੍ਹਿਆ ਕਰ। ਗੁਰੂ ਦੀ ਕਿਰਪਾ ਨਾਲ ਵਰਤਣਾ ਜੋ ਕੁਛ ਵੀ ਵਰਤਣਾ ਹੈ।
ਜਾਂ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰੇ ਕਮਾਨੋ ਮੰਤਾ। ਜਿਹਦੇ ਉੱਤੇ ਕਿਰਪਾ ਹੋਈ ਉਹ ਗੁਰੂ ਦਾ ਸ਼ਬਦ, ਗੁਰੂ ਦਾ ਮੰਤਰ ਕਮਾਉਣ ਲੱਗ ਪਿਆ। ਮੰਤਰ ਦਾ ਅਰਥ ਹੁੰਦਾ ਸਲਾਹ। ਉਹ ਗੁਰੂ ਦੇ ਦੱਸੇ ਰਸਤੇ 'ਤੇ ਤੁਰ ਪਿਆ। ਦੀਨ ਦਇਆਲ ਸਦਾ ਕਿਰਪਾਲ ਸਰਬ ਜੀਆਂ ਪ੍ਰਤਪਾਲਾ। ਉਹਨੂੰ ਪਤਾ ਹੈ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਕਿਰਪਾਲੂ ਸਤਿਗੁਰੂ ਹੈ, ਮਿਹਰਾਂ ਦੀ ਦਾਤ ਹੈ। ਜਿਹਦੀ ਰੋਟੀ ਖਾਣੀ ਚਾਹੁੰਦਾ ਸੀ ਉਹ ਦਿੱਲੀ 'ਚ ਕਈਆਂ ਨੂੰ ਖਵਾ ਰਿਹਾ। ਜਿਹਦੀ ਰੋਟੀ ਖਾਣੀ ਚਾਹੁੰਦਾ ਉਹ ਕਈਆਂ ਗਰੀਬਾਂ ਨੂੰ ਖਵਾ ਰਿਹਾ ਬੈਠਾ। ਪੋਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ। ਰੱਬ ਆਪਣੇ ਪਿਆਰਿਆਂ ਨਾਲ ਇਵੇਂ ਇੱਕਮਿਕ ਹੋਇਆ ਹੋਇਆ ਹੈ ਜਿਵੇਂ ਮਾਂ ਤੇ ਪੁੱਤ ਦਾ ਸਨੇਹ ਹੁੰਦਾ ਹੈ। ਮਾਂ ਪੁੱਤ ਤੋਂ ਵੱਖਰੀ ਨਹੀਂ ਹੁੰਦੀ, ਬੱਚੇ ਤੋਂ ਵੱਖਰੀ ਨਹੀਂ ਹੁੰਦੀ, ਬੱਚਾ ਮਾਂ ਤੋਂ ਵੱਖਰਾ ਨਹੀਂ ਹੁੰਦਾ। ਗੁਰੂ ਕਿਰਪਾ ਕਰੇ ਕਿਸੇ ਵੇਲੇ ਸਾਨੂੰ ਜਪਜੀ ਸਾਹਿਬ ਦਾ, ਸੁਖਮਨੀ ਦਾ, ਗੁਰਬਾਣੀ ਦਾ, ਕੀਰਤਨ ਦਾ, ਕਥਾ ਦਾ, ਪਾਠ ਦਾ ਰਸ ਆ ਜਾਏ ਤੇ ਉਹ ਇੱਕ ਬੂੰਦ ਵੀ ਜੀਵਨ ਦਾ ਨਿਰਵਾਹ ਕਰ ਦੇਗੀ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ